ਮੈਂ ਚਾਹੁੰਦਾ ਸੀ ਕਿ ਥੋੜ੍ਹੇ ਕੁਝ ਦਿਨਾਂ ਬਾਅਦ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਾਂ ਔਰ ਦੱਸਾਂ ਕਿ ਹਾਲਾਤ ਕੀ ਨੇ, ਕਿਉਂਕਿ ਸਾਰੇ ਦੇ ਮਨ 'ਚ ਬੜਾ ਫਿਕਰ ਹੈ ਕਿ ਦੁਨੀਆ 'ਚ ਕੀ ਹੋ ਰਿਹਾ। ਹੁਣ ਦੁਨੀਆ ਦੇ ਹਾਲਾਤ ਤਾਂ ਤੁਹਾਨੂੰ ਪਤਾ ਹੀ ਹੈ, ਬਹੁਤ ਹਾਲਾਤ ਅੱਛੇ ਨਹੀਂ। ਸਮਾਂ ਕੈਨੇਡਾ ਅਮਰੀਕਾ ਦੇ ਵਿੱਚ 7,84,000 ਬੰਦਿਆਂ ਨੂੰ ਕਰੋਨਾ ਹੋਇਆ ਹੈ ਔਰ ਉਹਨਾਂ ਦੀ 42,000 ਮੌਤਾਂ ਨੇ। UK ਦੇ ਵਿੱਚ ਸਾਡੇ 1,24,000 ਕਰੋਨਾ ਕੇਸਿਸ ਨੇ ਅਤੇ 16,500 ਮੌਤਾਂ ਨੇ। ਤੋ ਇਹ ਹਾਲਾਤ ਅੱਛੇ ਨਹੀਂ, ਸਾਰੀ ਦੁਨੀਆ ਦੇ ਅਸੀਂ ਅੰਕੜੇ ਆ ਰਹੇ ਨੇ ਜਿੱਥੇ ਤੁਸੀਂ ਜਾਓ। ਹਿੰਦੁਸਤਾਨ 'ਚ ਕਿਉਂਕਿ ਅਸੀਂ ਲੋਕਡਾਊਨ ਮੁਲਕ ਦੇ ਵਿੱਚ ਪਹਿਲਾਂ ਕੀਤਾ ਸੀ ਔਰ ਪੰਜਾਬ ਨੇ ਕੀਤਾ ਸੀ, ਤਾਂ ਸਾਡੇ 17,600 ਸਾਡੇ ਕਰੋਨਾ ਕੇਸ ਨੇ। ਦੇਖੋ ਆਬਾਦੀ ਆਪਣੀ ਬਹੁਤ ਜ਼ਿਆਦਾ ਹੈ, ਲੇਕਿਨ ਉਹਦੇ ਬਾਵਜੂਦ ਇੰਨੇ ਹੀ ਕੇਸ ਨੇ ਔਰ 560 ਸਾਡੀਆਂ ਮੌਤਾਂ ਹੋਈਆਂ ਨੇ। ਇਹਦੇ ਵਿੱਚੋਂ ਪੰਜਾਬ 'ਚ ਅਸੀਂ ਇਸ ਵੇਲੇ ਕੁਝ ਬਚੇ ਹੋਏ ਹਾਂ ਕਿ 244 ਆਪਣੇ ਕੇਸ ਨੇ ਔਰ 16 ਸਾਡੀਆਂ ਮੌਤਾਂ ਹੋਈਆਂ ਨੇ। ਸੋ ਇਹ ਜਿਹੜਾ ਕੁਝ ਹੋ ਰਿਹਾ ਹੈ, ਇਹ ਅਸੀਂ ਮੇਰਾ ਖਿਆਲ ਹਿੰਦੁਸਤਾਨ 'ਚ ਔਰ ਪੰਜਾਬ ਦੇ ਵਿੱਚ ਇਹ ਅਰਲੀ ਲੋਕਡਾਊਨ ਜਿਹੜਾ ਅਸੀਂ ਕਰਤਾ ਸੀ ਉਹਦਾ ਅਸਰ ਪਿਆ। ਉਹਦਾ ਮਤਲਬ ਇਹ ਹੈ ਕਿ ਅਗਰ ਆਪਾਂ ਆਪਣੇ ਆਪ ਨੂੰ ਜੋ ਦੱਸਿਆ ਗਿਆ ਆਪਣੇ ਘਰਾਂ 'ਚ ਆਪਾਂ ਬੈਠੀਏ, ਆਪਣੇ ਹੱਥ ਧੋਈਏ ਜੋ ਡਾਕਟਰ ਵਗੈਰਾ ਕਹਿੰਦੇ ਨੇ, ਤਾਂ ਆਪਣੀ ਇਹ ਜਿਹੜੇ ਅੰਕੜੇ ਨੇ ਇਹਨਾਂ 'ਚ ਹੋਰ ਵੀ ਸੁਧਾਰ ਆ ਸਕਦਾ ਹੈ। ਕਾਫੀ ਦਿਨਾਂ ਤੋਂ ਇਹ ਸਾਨੂੰ ਖਬਰ ਆਈ ਸੀ ਕਿ ਸਾਡੇ ਕਈ ਲੋਕ 2,000 ਤੋਂ ਉੱਪਰ ਦੇ ਕਰੀਬ ਹਜ਼ੂਰ ਸਾਹਿਬ ਦੇ ਵਿੱਚ, ਨੰਦੇੜ ਦੇ ਵਿੱਚ ਉੱਥੇ ਫਸੇ ਹੋਏ ਨੇ। ਅਤੇ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਗਵਰਨਮੈਂਟ ਆਫ ਇੰਡੀਆ ਸਾਨੂੰ ਇਜਾਜ਼ਤ ਦੇਵੇ ਤਾਂ ਕਿ ਅਸੀਂ ਉਹਨਾਂ ਦਾ ਪ੍ਰਬੰਧ ਕਰੀਏ ਉਰੇ ਲਿਆਉਣ ਦਾ। ਉਦੋਂ ਉੱਥੋਂ ਜਵਾਬ ਮਿਲਿਆ ਸੀ ਕੋਈ ਇੱਕ ਸਟੇਟ ਤੋਂ ਦੂਸਰੇ ਸਟੇਟ 'ਤੇ ਗਵਰਨਮੈਂਟ ਆਫ ਇੰਡੀਆ ਇਜਾਜ਼ਤ ਨਹੀਂ ਦੇ ਰਹੀ। ਇਹ ਤਰੀਕੇ ਨਾਲ ਹੋਰ ਵੀ ਸੂਬਿਆਂ ਦੇ ਵਿੱਚ ਸਾਡੇ ਬੰਦੇ ਫਸੇ ਹੋਏ ਨੇ। ਅਤੇ ਮੈਂ ਅੱਜ ਫਿਰ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਖਬਰ ਆਈ ਸੀ ਕਿ ਸ਼ਾਇਦ ਉਹ ਇਜਾਜ਼ਤ ਦੇਣਾ ਚਾਹੁੰਦੇ ਨੇ, ਲੇਕਿਨ ਅੱਜ ਤਾਈਂ ਮੇਰੀ ਹੁਣੀ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਉਦੈ ਠਾਕਰੇ ਜੀ ਨਾਲ ਗੱਲ ਹੋਈ ਹੈ। ਉਹ ਕਹਿੰਦੇ ਇਜਾਜ਼ਤ ਨਹੀਂ ਮਿਲੀ ਔਰ ਤੁਸੀਂ ਹੋਮ ਮਿਨਿਸਟਰ ਨਾਲ ਬੇਸ਼ੱਕ ਗੱਲ ਕਰ ਲਓ। ਤਾਂ ਮੈਂ ਅਮਿਤ ਸ਼ਾਹ ਜੀ ਨਾਲ ਫਿਰ ਦੁਬਾਰਾ ਗੱਲ ਕਰਾਂਗਾ ਕਿ ਇਹ ਹੁਣ ਇੰਨੀ ਦੇਰ ਦੇ ਇੱਕ ਜਗ੍ਹਾ ਬੈਠੇ ਨੇ, ਟੋਟਲ ਉਹਨਾਂ ਦੀ ਕੁਆਰੰਟੀਨ ਪੀਰੀਅਡ ਵੀ ਖਤਮ ਹੋ ਗਿਆ, ਕਿਸੇ ਨੂੰ ਕੋਈ ਕੋਵਿਡ ਉੱਥੇ ਹੋਇਆ ਨਹੀਂ। ਤਾਂ ਅਗਰ ਉਹ ਆ ਜਾਣ ਤਾਂ ਚੰਗਾ ਹੋਏਗਾ। ਵਿਚਾਰੇ ਉੱਥੇ ਫਸੇ ਜਿਹੜੇ ਬੈਠੇ ਨੇ, ਕੋਈ ਕੰਮ ਨਹੀਂ ਕਰਦੇ, ਬਸ ਐਸੇ ਹੀ ਇੱਕ ਕਿਸਮ ਦੀ ਉਹ ਤੰਗੀ ਹੋਇਆ। ਇਸੇ ਤਰੀਕੇ ਨਾਲ ਹੋਰ ਸੂਬਿਆਂ ਵਿੱਚ ਵੀ ਸਾਡੇ ਲੋਕ ਉੱਥੇ ਕਿਤੇ ਫਸੇ ਨੇ। ਮੈਂ ਸਿਰਫ ਸਾਰੇ ਮੁੱਖ ਮੰਤਰੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੈਸੇ ਅਸੀਂ ਅੱਜ ਮੈਨੂੰ ਪਟਨਾਇਕ ਜੀ ਦਾ ਟੈਲੀਫੋਨ ਆਇਆ ਸੀ, ਉਹਨਾਂ ਦੇ ਬੰਦੇ ਸਾਡੇ ਕੋਲ ਇੱਥੇ ਹੈਗੇ ਬੜੇ। ਤੁਹਾਡੀ ਮਮਤਾ ਬੈਨਰਜੀ ਦਾ ਆਇਆ ਸੀ ਕਿ ਉਹਨਾਂ ਦੇ ਬੰਦੇ ਬੰਗਾਲੀ ਉਰੇ ਬੜੇ ਬੈਠੇ ਨੇ ਔਰ ਤੁਸੀਂ ਉਹਨਾਂ ਦਾ ਧਿਆਨ ਰੱਖੋ। ਅਸੀਂ ਉਹ ਤਾਂ ਵੀ ਸਮਾਂ ਐਵੇਂ ਵੀ ਕਹਿ ਰਹੇ ਸੀ ਕਿ ਸਾਨੂੰ ਦੱਸੋ ਅਸੀਂ ਕਿਸ ਕਿਸਮ ਦਾ ਤੁਹਾਨੂੰ ਕੋਈ ਇੱਥੋਂ ਥੋੜ੍ਹੀ ਮਦਦ ਕਰ ਸਕਦੇ ਹਾਂ। ਮੈਂ ਉਹਨਾਂ ਨੂੰ ਕਿਹਾ ਸਾਡੇ ਬੰਦੇ ਨੇ, ਤੁਸੀਂ ਬਿਲਕੁਲ ਨਾ ਫਿਕਰ ਕਰੋ, ਕਿਸੇ ਚੀਜ਼ ਦੀ ਸਾਨੂੰ ਲੋੜ ਨਹੀਂ। ਅਸੀਂ ਆਪ ਹੀ ਉਹਨਾਂ ਨੂੰ, ਜੈਸੇ ਅਸੀਂ ਪੰਜਾਬੀਆਂ ਨੂੰ ਸਾਂਭਦੇ ਹਾਂ, ਅਸੀਂ ਤੁਹਾਡੇ ਬੰਦਿਆਂ ਨੂੰ ਵੀ ਇਸੇ ਤਰੀਕੇ ਨਾਲ ਸਾਂਭਾਂਗੇ। ਤੁਹਾਨੂੰ ਲੋੜ ਨਹੀਂ, ਉਹਨਾਂ ਨੂੰ ਰੋਟੀ ਸਭ ਕੁਛ, ਰਿਹਾਇਸ਼ ਸਭ ਕੁਛ ਅਸੀਂ ਦੇਵਾਂਗੇ ਔਰ ਅਸੀਂ ਉਹ ਕਰ ਰਹੇ ਹਾਂ ਇਸ ਵੇਲੇ। ਉਹ ਵੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਉਹ ਵੀ ਸਾਡੇ ਜਿਹੜੇ ਪੰਜਾਬੀ ਉੱਥੇ ਕਿਤੇ ਫਸੇ ਹੋਏ ਨੇ, ਉਹਨਾਂ ਦੀ ਵੀ ਪਲੀਜ਼ ਬੜੀ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ, ਉਹਨਾਂ ਦਾ ਰੋਟੀ ਪਾਣੀ ਇੰਤਜ਼ਾਮ, ਉਹਨਾਂ ਦੇ ਰਹਿائش ਦੀ ਜਗ੍ਹਾ ਤਾਂ ਦੇ ਸਕੋ, ਤਾਂ ਕਿ ਜਦ ਤਾਈਂ ਇਹ ਕਰੋਨਾ ਚੱਲਦਾ ਹੈ ਔਰ ਉਹ ਵਾਪਸ ਘਰ ਨਹੀਂ ਮੁੜ ਸਕਦੇ, ਉਹਨਾਂ ਦੀ ਕੋਈ ਉੱਥੇ ਕੋਈ ਰਹਿਣ ਦੀ ਕੋਈ ਜਗ੍ਹਾ ਔਰ ਰੋਟੀ ਦਾ ਪ੍ਰਬੰਧ ਤੁਸੀਂ ਕਰ ਦਿਓ ਸਾਡੇ ਵਾਸਤੇ। ਕੁਛ ਦਿਨ ਪਹਿਲਾਂ ਮੈਂ ਇੱਕ ਕਮੇਟੀ ਬਿਠਾਈ ਸੀ 20 ਮੈਂਬਰਾਂ ਦੀ ਕਿ ਮੈਨੂੰ ਦੱਸਣ ਕਿ ਕਿਸ ਤਰੀਕੇ ਨਾਲ ਅਸੀਂ ਇਸ ਲੋਕਡਾਊਨ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ। ਫੇਜ਼ਿਸ ਕਰੀਏ ਆਪਾਂ ਇਸ ਥੋੜ੍ਹਾ ਕਰਕੇ, ਜਿਸ ਤਰੀਕੇ ਨਾਲ ਉਹ ਸੁਝਾ ਦਿੰਦੇ ਨੇ। ਔਰ ਮੈਨੂੰ ਪਤਾ ਲੱਗਿਆ ਕਿ ਉਹ ਤਿਆਰ ਹੈ ਰਿਪੋਰਟ ਔਰ ਪਰਸੋਂ ਤਾਈਂ ਮੈਨੂੰ ਉਹ ਦੇ ਦੇਣਗੇ। ਫਿਰ ਮੈਂ ਤੁਹਾਨੂੰ ਆਪਣੇ ਸਾਹਮਣੇ, ਤੁਹਾਡੇ ਸਾਹਮਣੇ ਮੈਂ ਗੱਲਾਂ ਨੂੰ ਰੱਖਾਂਗਾ ਕਿ ਕਿਸ ਤਰੀਕੇ ਨਾਲ ਆਪਾਂ ਨਿਕਲ ਸਕਦੇ ਹਾਂ। ਲੇਕਿਨ ਇੱਕ ਗੱਲ ਯਾਦ ਰੱਖਣਾ ਪਊ, ਜਿਸ ਦਿਨ ਇਹ ਲੋਕਡਾਊਨ ਲਿਫਟ ਕਰੇਗਾ, ਕਰਫਿਊ ਅਸੀਂ ਲਿਫਟ ਕਰਾਂਗੇ, ਤੁਹਾਨੂੰ ਖਾਸ ਕਰਕੇ ਆਪਣਾ ਬਚਾਓ ਕਰਨਾ ਪਊ। ਖਾਸ ਕਰਕੇ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ ਉਹ ਤੁਹਾਨੂੰ ਕਰਨੀਆਂ ਪੈਣਗੀਆਂ। ਨਹੀਂ ਇਹ ਹੋਊ ਕਿ ਇਹ ਜਿਹੜੇ ਅੰਕੜੇ ਆਪਣੇ ਘੱਟ ਨੇ ਇਹ ਵੱਧਦੇ ਜਾਣਗੇ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸ਼ੁਰੂ 'ਚ ਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਰਾਂਗੇ ਕੋਸ਼ਿਸ਼ ਤੁਹਾਡੀ ਮਦਦ ਕਰਨ ਦੀ, ਕਿਉਂਕਿ ਮੈਨੂੰ ਪਤਾ ਹੈ
ਇੰਡਸਟਰੀ ਬੰਦ ਪਈ ਹੈ, ਟ੍ਰੇਡ ਬੰਦ ਪਈ ਹੈ, ਦੁਕਾਨਾਂ ਬੰਦ ਪਈਆਂ ਨੇ। ਤੁਸੀਂ ਵੀ ਆਪ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਔਰ ਅੱਕੇ ਹੋਏ ਬੈਠੇ ਹੋਏ ਲੋਕ ਨਿਕਲਣਾ ਚਾਹੁੰਦੇ ਨੇ, ਲੇਕਿਨ ਇਹਦੇ ਨਾਲ ਇਹ ਅੰਕੜੇ ਦਾ ਵਿੱਚ ਸੁਧਾਰ ਆਇਆ ਹੈ। ਲੇਕਿਨ ਜਿਸ ਦਿਨ ਤੁਸੀਂ ਬਾਹਰ ਜਾ ਕੇ ਫਿਰ ਮਿਲਣ ਲੱਗ ਜਾਓ ਲੋਕਾਂ ਨਾਲ, ਇਹ ਅੰਕੜੇ ਵਧਣਗੇ। ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ। ਇਸ ਕਰਕੇ ਪਹਿਲਾਂ ਤੋਂ ਇਹ ਸੋਚ ਲਓ ਕਿ ਅਸੀਂ ਜ਼ਰੂਰ ਕੋਈ ਰਾਹਤ ਦੇਵਾਂਗੇ। ਇਹ ਸਾਨੂੰ ਦੇਣੀ ਪਊ, ਕਿਉਂਕਿ ਲੋਕ ਸਦਾ ਵਾਸਤੇ ਨਹੀਂ ਆਪਣੇ ਕਮਰਿਆਂ 'ਚ ਬੈਠ ਸਕਦੇ ਜਾਂ ਆਪਣੇ ਬਿਜ਼ਨਸਾਂ ਨੂੰ ਬੰਦ ਕਰ ਸਕਦੇ ਹੈ। ਲੇਕਿਨ ਆਪਣਾ ਬਚਾਓ ਕਰਨਾ, ਆਪਣੇ ਸਾਥੀਆਂ ਨੂੰ ਬਚਾਓ ਕਰਨਾ, ਆਪਣੇ ਵਰਕਰਾਂ ਨੂੰ ਬਚਾਓ ਕਰਨਾ, ਇਹ ਤੁਹਾਡੇ ਜ਼ਿੰਮੇਵਾਰੀ ਹੋਏਗੀ ਫਿਰ। ਤੋ ਇਹ ਤੁਸੀਂ ਮੈਂ ਪਹਿਲਾਂ ਦੱਸਣਾ, ਐਡਵਾਂਸ 'ਚ ਦੱਸਣਾ ਚਾਹੁੰਦਾ ਸੀ ਤਾਂ ਕਿ ਤੁਸੀਂ ਆਪਣੇ ਮਨ 'ਚ ਰੱਖੋ ਇਹ ਗੱਲ। ਜਿੱਥੇ ਤਾਈਂ ਫਸਲ ਦੀ ਗੱਲ ਹੈ, ਫਸਲ ਸਾਡੀ ਬਹੁਤ ਵਧੀਆ ਆ ਰਹੀ ਹੈ। ਸਾਡੇ ਕੋਲ ਅੱਜ ਤਕਰੀਬਨ ਪਿਛਲੇ ਸਾਲ ਅੱਜ ਦੇ ਦਿਨ 2 ਲੱਖ ਮੈਟ੍ਰਿਕ ਟਨ ਆਪਣੀ ਕਣਕ ਆਈ ਸੀ ਮੰਡੀਆਂ ਦੇ ਵਿੱਚ। ਅੱਜ ਦੇ ਦਿਨ ਅੱਜ 3,90,000 ਲੱਖ ਟਨ ਆਪਣੇ ਮੰਡੀਆਂ चाहिए। तो तकरीबन पिछले साल नालों दुगनी, और ये रोज़ ही यहीं चल रहा है। और इस वेले साड़ी टोटल अराइवल 12,09,000 टन अपने कोल कणक पहुँच चुकी है मंडियां दे विच, और उसकी खरीद हो चुकी है। तो ये फसल तो तुहानूं वधाई होए क्योंकि तुसीं हिम्मत की है और पिछले साल नालों अपना झाड़ ज़्यादा निकलिया। और मैं पूछा सी किसी जिमीदारां नूं मंडी दे विच कि किन्ना तुहाडा आ रहा है, कहंदे जी 52-54 साडा आ रहा है क्विंटल। तो ये बड़ा अच्छा होया, और ਉਹਦਾ ਸਾਰੇ ਦਾ ਅਸਰ ਇਹ ਪਿਆ कि एक बंपर क्रॉप पंजाब ਦੇ ਵਿੱਚ आ रही है। ਤੁਹਾਡੀ ਆਮਦਨ ਵਧੇਗੀ और देश ਦਾ ਅੰਨ ਵਧੂਗਾ। ਇਹ ਜਿਹੜੀ ਹੁਣ ਆਪਣੀ ਵਾਢੀ ਲੱਗ ਰਹੀ ਹੈ, ਉਹ ਤੋਂ ਬਾਅਦ ਆਮ ਤੌਰ 'ਤੇ ਤਾਂ ਆਪਾਂ ਕਣਕ ਦਾ ਮੁੱਢ ਜਿਹੜਾ ਰਹਿੰਦਾ ਹੈ ਉਹਨੂੰ ਆਪਾਂ ਅੱਗ ਨਹੀਂ ਲਾਉਂਦੇ, ਲੇਕਿਨ ਝੋਨੇ ਦੀ ਜਿਹੜੀ ਆਪਾਂ ਅੱਗ ਲਾਉਂਦੇ ਹਾਂ ਉਹਦੇ ਨਾਲ ਬੜਾ ਧੂੰਆਂ ਹੋ ਜਾਂਦਾ ਪੰਜਾਬ 'ਚ। ਪਰ ਕਿਤੇ ਕਿਤੇ ਇੱਥੇ ਕਣਕ ਨੂੰ ਵੀ ਲਾ ਦਿੰਦੇ ਨੇ, ਔਰ ਉਹ ਮੈਂ ਤੁਹਾਨੂੰ ਇਹ ਗੱਲ ਕਰਨਾ ਚਾਹੁੰਦਾ ਕਿ ਸਾਡੇ ਵਾਸਤੇ ਇਹ ਐਤਕੀ ਬੜਾ ਖਤਰਨਾਕ ਹੋਊਗਾ। ਇਸ ਲਈ ਕਿ ਜਿਹੜਾ ਕੋਵਿਡ ਹੈ ਨਾ, ਉਹ ਇੱਕ ਫੇਫੜਿਆਂ ਦੀ ਬਿਮਾਰੀ ਹੈ, ਔਰ ਉੱਥੇ ਆਕਸੀਜਨ ਜਦ ਘਟਦਾ ਉਹਦੇ 'ਚ ਉਹ ਲੋਕਾਂ ਦਾ ਇਹ ਫੇਫੜੇ ਹੋਰ ਖਰਾਬ ਹੋ ਜਾਂਦੇ ਨੇ। ਸਾਡੇ ਬੱਚੇ ਨੇ, ਸਾਡੇ ਪਰਿਵਾਰ ਨੇ ਸਾਰੇ। ਤਾਂ ਮੇਰੀ ਇਹ ਵੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਐਤਕੀ ਬਿਲਕੁਲ ਕਿਸੇ ਹਾਲਤ ਵਿੱਚ ਵੀ ਅੱਗ ਨਹੀਂ ਲਗਾਉਣੀ ਆਪਣੇ ਮੁੱਢਨੇ ਰਹਿ ਗਏ ਆਪਣੇ ਕਣਕ ਦੇ, ਔਰ ਨਹੀਂ ਤਾਂ ਇਹ ਜਿਹੜਾ ਇਹ ਕੋਵਿਡ ਦਾ ਕੰਮ ਹੈ ਇਹ ਹੋਰ ਵਿਗੜ ਜਾਣਾ, ਔਰ ਜਿਹੜੇ ਸਾਡੇ ਮਰੀਜ਼ ਨੇ ਉਹਨਾਂ ਨੂੰ ਹੋਰ ਨੁਕਸਾਨ ਪਹੁੰਚਣਾ। ਔਰ ਇਹੀ ਨਹੀਂ ਕਿ ਤੁਹਾਡੇ ਅਗਰ ਬੱਚਿਆਂ ਦੇ ਫੇਫੜੇ ਕਮਜ਼ੋਰ ਹੋ ਜਾਣਗੇ ਤਾਂ ਫਿਰ ਕਰੋਨਾ ਦਾ ਅਸਰ ਵੀ ਉਹਨਾਂ 'ਤੇ ਪੈ ਸਕਦਾ। ਇਸ ਕਰਕੇ ਮੇਰੀ ਬੇਨਤੀ ਹੈ ਤੁਹਾਨੂੰ ਬੜੀ ਹੱਥ ਜੋੜ ਕੇ ਕਿ ਇਹ ਕੰਮ ਨਾ ਕਰਨ ਸਿਹਤ ਕੀ। ਸੋ ਇਹ ਚੀਜ਼ਾਂ ਮੈਂ ਤੁਹਾਨੂੰ 2-3 ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਤੁਸੀਂ ਪਹਿਲਾਂ ਕੋਵਿਡ ਸਭ ਤੋਂ ਵੱਡਾ ਦੁਸ਼ਮਣ ਸਾਡਾ ਕੋਵਿਡ ਹੈ, ਉਹਦਾ ਸਾਹਮਣਾ ਕਰਨ ਲਈ ਤੁਹਾਨੂੰ ਇਕੱਲੇ ਪੰਜਾਬੀ ਨੂੰ ਆਪਣਾ ਇਹਦੇ 'ਚ ਰੁਖ ਬਦਲਣਾ ਪਊ। ਦੇਖਣਾ ਪਊ ਕਿ ਸਾਡੀ ਸਮੱਸਿਆ ਜਿਹੜੀ ਹੈ ਇਹਦਾ ਸਾਹਮਣਾ ਇੱਕੋ ਹੀ ਤਰੀਕਾ ਹੈ। ਕੋਈ ਦਵਾਈ ਨਹੀਂ ਇਹਦੇ ਵਾਸਤੇ। ਤੁਹਾਨੂੰ ਪਤਾ ਹੈ ਹਾਲੇ ਤਾਂ ਇਹ ਦੁਨੀਆ 'ਚ ਕੋਈ ਦਵਾਈ ਨਹੀਂ ਬਣੀ। ਇਹ ਨਹੀਂ ਕਿ ਮੈਨੂੰ ਕੋਈ ਬਿਮਾਰੀ ਹੋ ਜੂ ਤਾਂ ਮੈਂ ਬਚ ਜੂੰਗਾ। ਇਸ ਤਰੀਕੇ ਇਹਨੂੰ ਸਮਝ ਲਓ ਕਿ ਕੋਈ ਦਵਾਈ ਨਹੀਂ, ਸਿਰਫ ਦਵਾਈ ਇਹ ਹੈ ਕਿ ਤੁਸੀਂ ਆਪਣੀ ਸੋਸ਼ਲ ਡਿਸਟੈਂਸਿੰਗ ਰੱਖੋ, ਇੱਕ ਦੂਜੇ ਨੂੰ ਨਾ ਮਿਲੋ, ਦੂਰੋਂ ਗੱਲਾਂ ਕਰੋ, ਔਰ ਇਸ ਕਿਸਮ ਦਾ ਜਾਂ ਟੈਲੀਫੋਨ 'ਤੇ ਗੱਲ ਕਰੋ। ਆਹੀ ਸਿਸਟਮ ਹੈ ਇਹਨੂੰ ਬਚਾਉਣ ਵਾਸਤੇ। ਔਰ ਵਾਹਿਗੁਰੂ ਕਰੇ ਇੱਕ ਦਿਨ ਇਹ ਦਵਾਈ ਬਣੇਗੀ ਜ਼ਰੂਰ, ਲੇਕਿਨ ਉਸ ਤੋਂ ਪਹਿਲਾਂ ਮੈਂ ਨਹੀਂ ਚਾਹੁੰਦਾ ਕਿ ਮੇਰੇ ਕੋਈ ਪੰਜਾਬੀ ਹੋਰ ਜਾ ਕੇ ਬਿਮਾਰ ਹੋ ਜਾਣ। ਔਰ ਇਹ ਬਿਮਾਰੀ ਤਾਂ ਇਹੋ ਜਿਹੀ ਹੈ, 2 ਅਸੀਂ ਸਾਡੇ ਅਫਸਰ ਜੋ ਸਾਡੇ ਲੱਗੇ ਹੋਏ ਸੀ ਆਪਣੇ ਡਿਊਟੀ ਕਰਨ 'ਚ, ਇੱਕ ਪੁਲਿਸ ਦਾ ਅਫਸਰ, ਇੱਕ ਸਾਡਾ ਕਾਨੂੰਗੋ, ਉਹਨਾਂ ਨੂੰ ਤੁਹਾਨੂੰ ਤੁਸੀਂ ਦੇਖ ਲਿਆ ਕੀ ਹੋਇਆ। ਔਰ ਮੈਂ ਤੁਹਾਨੂੰ ਬਾਰ-ਬਾਰ ਮੈਂ ਆਊਂਗਾ ਤੁਹਾਡੇ ਕੋਲ ਇਸੀ ਸੋਸ਼ਲ ਮੀਡੀਆ ਰਾਹੀਂ ਦੱਸਣ ਨੂੰ ਕਿ ਕੀ ਹਾਲ ਹੈ ਸਾਡੇ ਪੰਜਾਬ। ਮੈਂ ਕਿਸੇ ਤੋਂ ਕੋਈ ਲੁਕੋ ਨਹੀਂ ਰੱਖਣਾ ਚਾਹੁੰਦਾ, ਲੁਕੋ ਦੇ ਨਾਲ ਕੋਈ ਗੱਲ ਨਹੀਂ ਹੁੰਦੀ। ਅਸਲੀਅਤ ਜੋ ਦਿਲ ਦੀ ਗੱਲ ਹੈ ਉਹ ਮੈਂ ਤੁਹਾਡੇ ਨਾਲ ਕਰੂੰਗਾ, ਔਰ ਮੈਂ ਆਸ ਕਰੂੰਗਾ ਕਿ ਅਸੀਂ ਇਹ ਲੜਾਈ ਨੂੰ ਤੁਸੀਂ ਮੈਂ ਸਾਰੇ ਆਪਾਂ ਰਲ ਕੇ ਇਹਦਾ ਸਾਹਮਣਾ ਕਰੀਏ। ਔਰ ਇੱਥੇ ਇਹਦਾ ਨਾਂ ਤੁਹਾਨੂੰ ਪਤਾ ਹੈ ਕਿ ਅਸੀਂ ਰੱਖਿਆ, ਇਹਦਾ ਨਾਂ ਰੱਖਿਆ ਅਸੀਂ ਆਪਰੇਸ਼ਨ ਫਤਿਹ। ਸਾਡੀ ਫਤਿਹ ਹੋਊ ਅੰਤ ਵਿੱਚ। ਔਰ ਇਹ ਲੜਾਈ ਆਪਾਂ ਨੂੰ ਇਸ ਤਰੀਕੇ ਨਾਲ ਲੜਨੀ ਪਊ ਜੈਸੇ ਆਪਾਂ ਕਿਸੇ ਮੁਲਕਾਂ ਨਾਲ ਲੜਦੇ ਹਾਂ ਕਿ ਅੰਤ ਵਿੱਚ ਅਸੀਂ ਫਤਿਹ ਹੋ ਕੇ ਨਿਕਲਾਂਗੇ। ਮੈਂ ਸਾਰੇ ਜਿਹੜੇ ਅੱਜ ਇੱਥੇ ਇਸ ਕੋਵਿਡ ਲੜਾਈ ਦੇ ਵਿੱਚ ਉਲਝੇ ਹੋਏ ਹੋ, ਤੁਸੀਂ ਸਾਡੇ ਸਰਪੰਚ ਹੋਣ, ਸਾਡੇ ਮਿਊਨਿਸਪਲ ਕਾਉਂਸਲਰਸ ਹੋਣ, ਸਾਡੇ ਰੂਰਲ ਡਿਵੈਲਪਮੈਂਟ ਮਹਿਕਮੇ ਦੇ ਹੋਣ, ਮਾਲ
ਭਾਗ ਦੇ ਜਿਹੜੇ ਸਾਡੇ ਅਧਿਕਾਰੀ ਨੇ, ਸਾਡੇ ਪੁਲਿਸ ਦੇ ਮਹਿਕਮੇ ਨੇ, ਸਾਡੇ ਡਾਕਟਰਸ ਖਾਸ ਕਰਕੇ, ਔਰ ਹਸਪੀਟਲ ਦੇ ਜਿਹੜੇ ਸਾਡੇ ਨਰਸਾਂ ਨੇ, ਸਾਡੇ ਪੈਰਾਮੈਡਿਕਸ ਨੇ, ਸਾਰੇ ਜਿਹੜੇ ਤੁਸੀਂ ਇਹ ਜੰਗ ਬਿਲਕੁਲ ਸਾਹਮਣੇ ਹੋ ਕੇ ਲੜ ਰਹੇ ਹੋ, ਇਹਨਾਂ ਦਾ ਖਾਸ ਕਰਕੇ ਮੈਨੂੰ ਬੜਾ ਫਿਕਰ ਰਹਿੰਦਾ ਹੈ। ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਇਹ ਆਪਣਾ ਜਿਹੜਾ ਪੰਜਾਬ ਦਾ ਇੱਕ ਜਾਂ ਹਿੰਦੁਸਤਾਨ ਦਾ ਇੱਕ ਬੋਝ ਹੈ ਆਪਣੇ ਮੋਢਿਆਂ 'ਤੇ ਚੱਕਿਆ ਹੋਇਆ। ਇਹਦੇ ਵਿੱਚ ਇਹ ਮੁਲਾਜ਼ਮਾਂ ਤੋਂ ਇਲਾਵਾ ਸਾਰਾ ਹੀ ਪੰਜਾਬ ਲੱਗਿਆ ਹੋਇਆ, ਸਾਰੇ ਪੰਜਾਬੀ ਲੱਗੇ ਹੋਏ ਨੇ। ਇਹ ਸਾਡੇ ਪੰਜਾਬ ਦਾ ਭਵਿੱਖ ਦਾ ਸਵਾਲ ਹੈ ਔਰ ਜਿਹੜਾ ਤੁਸੀਂ ਸਾਰੇ ਆਪਣੀ ਹਿੰਮਤ ਕਰਕੇ ਇਹ ਕੰਮ ਕਰ ਰਹੇ ਹੋ ਔਰ ਆਪਣੇ ਜੈਸੇ ਮੈਨੇ ਸੁਣਿਆ ਪਿੰਡਾਂ ਦੇ ਵਿੱਚ ਪਿੰਡਾਂ ਨੇ ਆਪਣੇ ਬੈਰੀਅਰ ਲਾ ਲਏ ਔਰ ਕਿਸੇ ਨੂੰ ਆਉਣ ਨਹੀਂ ਦਿੱਤਾ। ਇਹੀ ਹੈ ਜਿਹੜਾ ਅਸੀਂ ਚਾਹੁੰਦੇ ਸੀ ਕਿ ਤੁਸੀਂ ਇਹ ਸੋਸ਼ਲ ਮਿਕਸਿੰਗ ਜਿਹਨੂੰ ਕਹਿੰਦੇ ਨੇ ਉਹਦੇ 'ਚ ਨਾ ਹੋਵੇ। ਤਾਂ ਤੁਹਾਨੂੰ ਥੋੜ੍ਹਾ ਜਿਹੜੇ ਸਾਡੇ ਕਸਬਿਆਂ ਸਾਡੇ ਸ਼ਹਿਰਾਂ 'ਚ ਰਹਿੰਦੇ ਹੋ, ਤੁਸੀਂ ਸਾਰੇ ਬੜੀ ਹਿੰਮਤ ਕਰ ਰਹੇ ਹੋ। ਜੋ ਰਿਪੋਰਟਾਂ ਮੈਨੂੰ ਆ ਰਹੀਆਂ ਨੇ ਬੜੀ ਵਧੀਆ ਆ ਰਹੀਆਂ ਨੇ ਕਿ ਤੁਸੀਂ ਜਿੱਥੇ ਵੀ ਕੋਈ ਲੋੜ ਪਵੇ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਬਹੁਤ ਸੋਹਣੀ ਤਰੀਕੇ ਨਾਲ ਔਰ ਕੰਮ। ਔਰ ਉਹਦੇ ਉੱਪਰ ਜਾ ਕੇ ਹੁਣ ਵਾਢੀ ਵੀ ਲੱਗ ਚੁੱਕੀ, ਉਹਦੇ ਵਿੱਚ ਵੀ ਤੁਸੀਂ ਹਿੱਸਾ ਪਾ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਬਹੁਤ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਆਪਣੀ ਹਿੰਮਤ ਕਰ ਰਹੇ। ਮੈਨੂੰ ਪਤਾ ਹੈ ਕਈ ਸਵੇਰੇ ਦੇ ਸ਼ਾਮ ਤੋਂ ਸਵੇਰੇ ਸਦਿਆਂ ਤੋਂ ਲੈ ਕੇ ਲੇਟ ਤੱਕ ਆਪਣੇ ਕੰਮਾਂ 'ਚ ਇੱਥੇ ਪਏ ਰਹੇ ਹੋ। ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੈ ਮੈਂ। ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇਵੇ ਔਰ ਤੁਹਾਡੀ ਸਿਹਤ ਨੂੰ ਠੀਕ ਰੱਖੇ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਦਿਲੋਂ ਸ਼ੁਕਰਗੁਜ਼ਾਰ ਹਾਂ।